ਦੋਸਤੋ ਇਸ ਟਾਈਮ ਜੋ ਹਕੂਮਤ ਦੀ ਕਾਰਕਰਦਗੀ ਆ ਉਹ ਦੇਖ ਕੇ ਮੈਨੂੰ ਇੱਕ ਸਟੋਰੀ ਯਾਦ ਆ ਗਈ ਕਿ ਕਿਸੇ ਜੰਗਲ ਦੇ ਵਿੱਚ ਕਾਫੀ ਸਾਰੇ ਬਾਂਦਰ ਰਹਿੰਦੇ ਸੀਗੇ ਤੇ ਅਚਾਨਕ ਇਦਾਂ ਦੇ ਹਾਲਾਤ ਆਏ ਕਿ 2-4 ਦਿਨ ਤੋਂ ਬਾਅਦ ਕੋਈ ਨਾ ਕੋਈ ਬਾਂਦਰ ਬਿਮਾਰ ਹੋ ਕੇ ਮਰ ਜਾਣਾ। ਬਾਂਦਰ ਇਸ ਗੱਲ ਤੋਂ ਬੜੇ ਪਰੇਸ਼ਾਨ ਹੋਏ ਕਿ ਆਹ ਸਾਡੇ ਨਾਲ ਕੀ ਹੋ ਰਿਹਾ। ਕੁਝ 8-10 ਸਿਆਣੇ ਬਾਂਦਰ ਇਕੱਠੇ ਹੋ ਕੇ ਬੈਠੇ ਤੇ ਇੱਕ ਦੂਸਰੇ ਦੇ ਨਾਲ ਪਰੇਸ਼ਾਨੀ ਦਾ ਇਜ਼ਹਾਰ ਕੀਤਾ ਤੇ ਉਹਨਾਂ ਵਿੱਚੋਂ ਇੱਕ ਸਿਆਣਾ ਬਾਂਦਰ ਕਹਿਣ ਲੱਗਾ ਕਿ ਜੇ ਇਦਾਂ ਹੀ ਹੁੰਦਾ ਰਿਹਾ ਫਿਰ ਤਾਂ ਸਾਰੇ ਬਾਂਦਰ ਮਰ ਜਾਵਾਂਗੇ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਵਾ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਕੱਲ ਨੂੰ ਸਾਰੇ ਬਾਂਦਰਾਂ ਦਾ ਇਜਲਾਸ ਬੁਲਾਇਆ ਜਾਏ ਤੇ ਸਾਰੇ ਬਾਂਦਰਾਂ ਦੇ ਨਾਲ ਮਸ਼ਵਰਾ ਕੀਤਾ ਜਾਏ ਕਿ ਇਸ ਮਸਲੇ ਦਾ ਕੀ ਹੱਲ ਕੀਤਾ ਜਾ ਸਕਦਾ ਵਾ। ਅਗਲੇ ਦਿਨ ਸਾਰੇ ਬਾਂਦਰਾਂ ਨੂੰ ਦਾਵਤਨਾਮੇ ਪਹੁੰਚ ਗਏ ਕਿ ਅੱਜ ਸ਼ਾਮ ਨੂੰ ਸਾਰੇ ਬਾਂਦਰ ਟਾਈਮ ਦੇ ਨਾਲ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਜੰਗਲ ਤੇ ਚੜ੍ਹਦੇ ਪਾਸੇ ਜਿਹੜਾ ਰਿੱਛਾਂ ਵਾਲਾ ਚੌਂਕ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਜਾਣ ਤੇ ਕੋਈ ਵੀ ਬਾਂਦਰ ਰਵੇ ਨਾ। ਸ਼ਾਮ ਨੂੰ ਸਾਰੇ ਬਾਂਦਰ ਰਿੱਛਾਂ ਵਾਲੇ ਚੌਂਕ ਦੇ ਵਿੱਚ ਪਹੁੰਚ ਜਾਂਦੇ। ਸਾਰੇ ਬਾਂਦਰਾਂ ਵਿੱਚੋਂ ਜਿਹੜਾ ਸਿਆਣਾ ਬਾਂਦਰ ਹੁੰਦਾ ਵਾ ਉਹ ਖੜਾ ਹੋ ਕੇ ਸਭ ਤੋਂ ਪਹਿਲਾਂ ਤਾਂ ਜਿਹੜੇ ਬਾਂਦਰ ਬਿਮਾਰੀ ਦੀ ਵਜ੍ਹਾ ਨਾਲ ਮਰ ਚੁੱਕੇ ਹੁੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਅਫਸੋਸ ਕਰਦਾ ਵਾ ਤੇ ਉਸ ਤੋਂ ਬਾਅਦ ਸਾਰੇ ਬਾਂਦਰਾਂ ਨੂੰ ਇਸ ਗੱਲ ਤੋਂ ਆਗਾਹ ਕਰਦਾ ਵਾ ਕਿ ਜੇ ਇਸ ਤਰ੍ਹਾਂ ਹੀ ਅਸੀਂ ਮਰਦੇ ਰਹੇ ਫਿਰ ਤਾਂ ਇੱਕ ਦਿਨ ਅਸੀਂ ਸਾਰੇ ਮਰ ਜਾਵਾਂਗੇ। ਸਾਨੂੰ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਵਾ। ਤੇ ਉਹਦੀ ਗੱਲ ਸੁਣ ਕੇ ਸਾਰੇ ਬਾਂਦਰ ਇੱਕ ਦੂਸਰੇ ਦੇ ਨਾਲ ਮਸ਼ਵਰਾ ਕਰਨ ਲੱਗ ਪਏ ਕਿ ਸਾਨੂੰ ਇਸ ਬਿਮਾਰੀ ਦਾ ਕੋਈ ਨਾ ਕੋਈ ਹੱਲ ਤਾਂ ਕੱਢਣਾ ਚਾਹੀਦਾ ਵਾ। ਥੋੜੀ ਦੇਰ ਤੋਂ ਬਾਅਦ ਮਜਮੇ ਦੇ ਵਿੱਚੋਂ ਇੱਕ ਬਾਂਦਰੀ ਉੱਠੀ ਤੇ ਉਹਨੇ ਕਿਹਾ ਕਿ ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਮਸ਼ਵਰਾ ਵਾ ਕਿ ਸਾਡੇ ਵਿੱਚੋਂ ਇੱਕ ਸਭ ਤੋਂ ਸਿਆਣੇ ਤੇ ਕਾਬਲ ਬਾਂਦਰ ਨੂੰ ਸ਼ਹਿਰ ਭੇਜ ਕੇ ਉਹਨੂੰ ਡਾਕਟਰ ਬਣਾਉਣਾ ਚਾਹੀਦਾ ਵਾ ਤਾਂ ਕਿ ਉਹ ਡਾਕਟਰ ਬਣ ਕੇ ਜਿਹੜੇ ਬਿਮਾਰ ਬਾਂਦਰ ਉਹਨਾਂ ਦਾ ਇਲਾਜ ਕਰ ਸਕੇ। ਸਾਰਿਆਂ ਨੇ ਬਾਂਦਰੀ ਦੀ ਇਸ ਗੱਲ ਤੋਂ ਇਤਫਾਕ ਕੀਤਾ ਕਿ ਗੱਲ ਤੇ ਠੀਕ ਆ। ਚੁਨਾਚੇ ਉਹਨਾਂ ਨੇ ਆਪਣੇ ਵਿੱਚੋਂ ਜਿਹੜਾ ਸਭ ਤੋਂ ਕਾਬਲ ਤੇ ਹੁਸ਼ਿਆਰ ਬਾਂਦਰ ਸੀਗਾ ਉਹਨੂੰ ਡਾਕਟਰ ਬਣਾਉਣ ਦਾ ਫੈਸਲਾ ਕੀਤਾ ਤੇ ਨਾਲ ਇਹ ਵੀ ਫੈਸਲਾ ਕੀਤਾ ਕਿ ਉਹਦੇ ਡਾਕਟਰ ਬਣਨ ਦੇ ਵਿੱਚ ਜਿੰਨਾ ਵੀ ਖਰਚਾ ਆਊਗਾ ਉਹ ਸਾਰੇ ਬਾਂਦਰ ਪੈਸੇ ਇਕੱਠੇ ਕਰਕੇ ਉਹਦਾ ਖਰਚਾ ਪੂਰਾ ਕਰੂਗੇ। ਕਾਬਲ ਬਾਂਦਰ ਸਾਹਿਬ ਡਾਕਟਰ ਬਣਨ ਵਾਸਤੇ ਸ਼ਹਿਰ ਚਲੇ ਜਾਂਦੇ ਆ ਤੇ ਬਾਕੀ ਬਾਂਦਰ ਪਿੱਛੋਂ ਪੈਸੇ ਇਕੱਠੇ ਕਰਕੇ ਉਹਦਾ ਖਰਚਾ ਭੇਜਦੇ ਰਹਿੰਦੇ ਆ। 4 ਸਾਲ ਤੋਂ ਬਾਅਦ ਜਿਹੜਾ ਕਾਬਲ ਬਾਂਦਰ ਹੁੰਦਾ ਵਾ ਉਹ ਡਾਕਟਰ ਬਣ ਕੇ ਚਿੱਟਾ ਕੋਟ ਪਾ ਕੇ ਜੰਗਲ 'ਚ ਆਉਂਦਾ ਤੇ ਜੰਗਲ ਦੇ ਵਿੱਚ ਇੱਕ ਜਸ਼ਨ ਦਾ ਸਮਾਂ ਹੁੰਦਾ। ਡਾਕਟਰ ਬਣਨ ਦੀ ਖੁਸ਼ੀ ਵਿੱਚ ਸਾਰੇ ਬਾਂਦਰ ਇੱਕ ਬਹੁਤ ਵੱਡੀ ਪਾਰਟੀ ਦਾ ਅਹਿਤਮਾਮ ਕਰਦੇ ਆ ਤੇ ਬੜੇ ਜਸ਼ਨ ਤੇ ਹੱਲਾ ਗੁੱਲਾ ਮਨਾਉਂਦੇ ਆ। 2-4 ਦਿਨ ਤੋਂ ਬਾਅਦ ਇੱਕ ਬਾਂਦਰ ਬਿਮਾਰ ਹੋ ਜਾਂਦਾ ਤੇ ਸਾਰੇ ਬਾਂਦਰ ਡਾਕਟਰ ਸਾਹਿਬ ਵੱਲ ਭੱਜਦੇ ਆ। ਡਾਕਟਰ ਸਾਹਿਬ ਆਉਂਦੇ ਆ, ਸਟੈਥੋਸਕੋਪ ਲਾ ਕੇ ਚੈੱਕ ਕਰਦੇ ਆ ਤੇ ਚੈੱਕ ਕਰਨ ਤੋਂ ਬਾਅਦ ਡਾਕਟਰ ਸਾਹਿਬ ਦਰਖਤ ਤੇ ਚੜ੍ਹ ਜਾਂਦੇ ਆ ਤੇ ਦਰਖਤ ਤੇ ਚੜ੍ਹ ਕੇ ਟਪੂਸੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ। ਕਦੀ ਇੱਕ ਟਾਹਣੀ ਤੇ, ਕਦੀ ਦੂਸਰੀ ਟਾਹਣੀ ਤੇ, ਕਦੀ ਤੀਸਰੀ ਟਾਹਣੀ ਤੇ। ਡਾਕਟਰ ਸਾਹਿਬ ਅਜੇ ਟਪੂਸੀਆਂ ਮਾਰਦੇ ਪਏ ਹੁੰਦੇ ਆ ਤੇ ਜਿਹੜਾ ਬਾਂਦਰ ਬਿਮਾਰ ਹੁੰਦਾ ਵਾ ਉਹ ਮਰ ਜਾਂਦਾ। ਸਾਰੇ ਬਾਂਦਰ ਇਕੱਠੇ ਹੋ ਕੇ ਡਾਕਟਰ ਨੂੰ ਫੜ ਲੈਂਦੇ ਆ ਕਿ ਬਾਂਦਰ ਮਰਦਾ ਪਿਆ ਸੀਗਾ, ਤੂੰ ਟਪੂਸੀਆਂ ਮਾਰਦਾ ਪਿਆ ਸੀਗਾ। ਡਾਕਟਰ ਬਾਂਦਰ ਕਹਿਣ ਲੱਗਾ ਕਿ ਯਾਰ ਮੈਂ ਤਾਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ, ਮੈਂ ਤਾਂ ਬਹੁਤ ਭੱਜ ਨੱਸ ਕੀਤੀ, ਪਰ ਅੱਲਾ ਦਾ ਹੁਕਮ, ਮੈਂ ਤਾਂ ਜੋ ਕਰ ਸਕਦਾ ਸੀ ਉਹ ਮੈਂ ਕੀਤਾ। ਇਹ ਹਾਲ ਇਸ ਟਾਈਮ ਮੀਆਂ ਸਾਹਿਬ ਦਾ ਵਾ। ਸਾਰੀਆਂ ਪਾਰਟੀਆਂ ਨੇ ਚੱਕ ਥੱਲ ਕੇ ਇੱਕ ਵਾਰੀ ਵਜ਼ੀਰ ਆਜ਼ਮ ਤੇ ਬਣਾ ਦਿੱਤਾ। ਮੁਲਕ ਦਾ ਬੇੜਾ ਗਰਕ ਹੋ ਗਿਆ ਤੇ ਮੀਆਂ ਸਾਹਿਬ ਟਪੂਸੀਆਂ ਮਾਰੀ ਜਾਂਦੇ ਆ, ਕਦੀ ਇੱਕ ਟਾਹਣੀ ਤੇ, ਕਦੀ ਦੂਸਰੀ ਟਾਹਣੀ ਤੇ। ਮੀਆਂ ਸਾਹਿਬ ਨੂੰ ਪਤਾ ਨਹੀਂ ਲੱਗਦਾ ਪਿਆ ਕਿ ਹੋ ਕੀ ਰਿਹਾ ਮੁਲਕ ਦੇ ਵਿੱਚ। ਪਹਿਲੋਂ ਬੜੇ ਦਾਅਵੇ ਕਰਦੇ ਹੁੰਦੇ ਸੀਗੇ ਕਿ ਸਾਨੂੰ ਹਕੂਮਤ ਦਿਓ, ਅਸੀਂ ਮਹਿੰਗਾਈ ਕੰਟਰੋਲ ਕਰਕੇ ਦੱਸਾਂਗੇ, ਅਸੀਂ ਮੁਲਕੀ ਮਈਸ਼ਤ ਨੂੰ ਕੰਟਰੋਲ ਕਰਕੇ ਦਿਖਾਵਾਂਗੇ। ਤੇ ਹੁਣ ਕਿੱਧਰ ਗਏ ਤੁਹਾਡੇ ਦਾਅਵੇ ਤੇ ਤੁਹਾਡੇ ਵਾਅਦੇ? ਹੁਣ ਕੋਈ ਸਮਝ ਹੀ ਨਹੀਂ ਆ ਰਿਹਾ ਇਹਨਾਂ ਨੂੰ। ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜਦ ਤੱਕ ਆਪਣਾ ਖਿਆਲ ਰੱਖਿਓ। ਅੱਲਾ ਹਾਫਿਜ਼।